ਸਿੰਘੂ ਤੇ ਕਤਲ ਹੋਏ ਲਖਬੀਰ ਸਿੰਘ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਤਰਨਤਾਰਨ ਚ ਤਣਾਅ। ਪਰਿਵਾਰ ਚਾਹੁੰਦਾ ਹੈ ਪਿੰਡ 'ਚ ਹੀ ਕਰਨਾ ਸੰਸਕਾਰ, ਪਰ ਦਮਦਮੀ ਟਕਸਾਲ ਨੇ ਜਤਾਇਆ ਇਤਰਾਜ਼। ਸਿੰਘੂ ਕਤਲ ਮਾਮਲੇ 'ਚ ਇੱਕ ਹੋਰ ਗ੍ਰਿਫਤਾਰੀ। ਜੰਡਿਆਲਾ ਗੁਰੂ ਚ ਨਾਰਾਇਣ ਸਿੰਘ ਨੇ ਕੀਤਾ ਸਰੈਂਡਰ। ਕੱਲ ਗ੍ਰਿਫਤਾਰੀ ਦੇਣ ਵਾਲੇ ਸਰਬਜੀਤ ਸਿੰਘ ਦਾ ਮਿਲਿਆ 7 ਦਿਨ ਦਾ ਪੁਲਿਸ ਰਿਮਾਂਡ। ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਮੈਂਬਰਾਂ ਵੱਲੋਂ ਪ੍ਰਧਾਨ ਨਾਲ ਹੱਥੋਂ-ਪਾਈ। ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਸਿੱਟਿਆ ਸਟੇਜ ਤੋਂ ਥੱਲੇ। ਮਾਹੌਲ ਤਣਾਅਪੂਰਨ। ਸੁਖਬੀਰ ਬਾਦਲ ਦਾ ਬੀਐਸਐਫ ਨੂੰ ਲੈ ਕੇ ਕੇਂਦਰ ਤੇ ਵੱਡਾ ਇਲਜ਼ਾਮ। ਕਿਹਾ ਦਰਬਾਰ ਸਾਹਿਬ ਦੇ ਤੇ ਦੁਰਗਿਆਣਾ ਮੰਦਿਰ ਵੀ ਬੀਐਸਐਫ ਦੇ ਦਾਇਰੇ 'ਚ ਲਿਆਂਦੇ। ਸੀਐਮ ਚੰਨੀ ਤੇ ਵੀ ਚੱਕੇ ਸਵਾਲ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣ ਦੀ ਉੱਠੀ ਮੰਗ। ਅਗਲੇ ਸਾਲ 21 ਅਗਸਤ ਤੋਂ 20 ਸਤੰਬਰ ਦੇ ਵਿਚਾਲੇ ਹੋਏਗੀ ਕਾਂਗਰਸ ਪ੍ਰਧਾਨ ਦੀ ਚੋਣ। ਮੀਟਿੰਗ 'ਚ ਮਹਿੰਗਾਈ ਤੇ ਕਿਸਾਨੀ ਦੇ ਮਸਲੇ ਤੇ ਵੀ ਮਤਾ ਹੋਇਆ ਪਾਸ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਖਬਰ ਸਿੰਘੂ ਕਤਲ ਮਾਮਲੇ ਦੇ ਸੰਦਰਭ ਦੇ ਵਿੱਚ। ਸਿੰਘੂ ਤੇ ਕਤਲ ਹੋਏ ਲਖਬੀਰ ਸਿੰਘ ਨੂੰ ਲੈ ਕੇ ਵੱਡੀ ਖਬਰ ਹੈ। ਲਖਬੀਰ ਸਿੰਘ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਹੁਣ ਇੱਕ ਵਿਵਾਦ ਖੜਾ ਹੋਇਆ ਹੈ। ਦਰਅਸਲ ਲਖਬੀਰ ਸਿੰਘ ਦਾ ਪਰਿਵਾਰ ਉਸੇ ਪਿੰਡ 'ਚ ਅੰਤਿਮ ਸੰਸਕਾਰ ਕਰਨਾ ਚਾਹੁੰਦਾ ਹੈ, ਪਰ ਦਮਦਮੀ ਟਕਸਾਲ ਵੱਲੋਂ ਇਤਰਾਜ਼ ਜਤਾਇਆ ਗਿਆ ਹੈ। ਦਮਦਮੀ ਟਕਸਾਲ ਉਸ ਪਿੰਡ 'ਚ ਉਸ ਦਾ ਸੰਸਕਾਰ ਨਾ ਹੋਣ ਦੇਣ ਲਈ ਕਹਿ ਰਹੀ ਹੈ ਔਰ ਇਤਰਾਜ਼ ਜਤਾਇਆ ਗਿਆ ਹੈ। ਉਧਰ ਪਰਿਵਾਰ ਚਾਹੁੰਦਾ ਹੈ ਕਿ ਉਸ ਦਾ ਸੰਸਕਾਰ ਉਸੇ ਪਿੰਡ 'ਚ ਹੋਵੇ ਜਿਸ ਪਿੰਡ 'ਚ ਲਖਬੀਰ ਸਿੰਘ ਰਹਿੰਦਾ ਰਿਹਾ ਹੈ। ਦੱਸ ਦਈਏ ਕਿ ਕੱਲ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਵੱਲੋਂ ਲਖਬੀਰ ਸਿੰਘ ਨੂੰ ਬਹੁਤ ਇੱਕ ਬੁਰੇ ਤਰੀਕੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬਹੁਤ ਵਹਿਸ਼ਿਆਨਾ ਤਰੀਕੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਲਖਬੀਰ ਸਿੰਘ ਤੇ ਇਲਜ਼ਾਮ ਬੇਅਦਬੀ ਦੇ ਲੱਗੇ ਸੀ। ਜੋ ਨਿਹੰਗ ਸਿੰਘਾਂ ਵੱਲੋਂ ਤਰਕ ਦਿੱਤੇ ਗਏ ਕਿ ਉਹ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਨੂੰ ਮੌਕੇ ਤੇ ਫੜ ਲਿਆ ਗਿਆ, ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਇਹ ਮੰਨਿਆ ਵੀ ਔਰ ਉਸ ਤੋਂ ਬਾਅਦ ਸਰੈਂਡਰ ਵੀ ਕੀਤਾ ਗਿਆ ਨਿਹੰਗ ਸਿੰਘਾਂ ਵੱਲੋਂ। ਪਰ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਅੰਤਿਮ ਸੰਸਕਾਰ ਕਰਨ ਨੂੰ ਲੈ ਕੇ ਫਿਰ ਵਿਵਾਦ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ। ਲਖਬੀਰ ਸਿੰਘ ਦਾ ਪਰਿਵਾਰ ਚਾਹੁੰਦਾ ਕਿ ਉਸ ਦਾ ਸੰਸਕਾਰ ਪਿੰਡ ਦੇ ਵਿੱਚ ਹੀ ਹੋਵੇ, ਪਰ ਦਮਦਮੀ ਟਕਸਾਲ ਵੱਲੋਂ ਇਤਰਾਜ਼ ਜਤਾਇਆ ਗਿਆ ਹੈ ਲਖਬੀਰ ਦੇ ਅੰਤਿਮ ਸੰਸਕਾਰ ਨੂੰ ਲੈ ਕੇ। ਮਹਿਸੂਸ ਕਰਦੇ ਆ ਵੀ ਜਿਸ ਮਨੁੱਖ ਨੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸਤਿਕਾਰ ਨੂੰ ਹੱਥ ਪਾਇਆ, ਬੇਅਦਬੀ ਕੀਤੀ ਆ, ਉਸ ਮਨੁੱਖ ਦਾ ਸੰਸਕਾਰ ਇਸ ਧਰਤੀ ਤੇ ਨਹੀਂ ਹੋਣਾ ਚਾਹੀਦਾ। ਅਸੀਂ ਗੱਲ ਕਹਿੰਦੇ ਆ। ਹਾਂਜੀ, ਅਸੀਂ ਤਾਂ ਫਿਰ ਇਹ ਜਿਹੜਾ ਇਤਰਾਜ਼ ਜਤਾਉਂਦੇ ਆ, ਇਹ ਨਗਰ ਨੂੰ ਚਾਹੀਦਾ, ਇਲਾਕੇ ਨੂੰ ਚਾਹੀਦਾ ਵੀ ਇੱਥੇ ਦਾ ਸੰਸਕਾਰ ਨਹੀਂ ਹੋਣਾ ਚਾਹੀਦਾ ਨਗਰ ਦੇ। ਸਿਧਾਰਥ ਅਰੋੜਾ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਲਈ। ਸਿਧਾਰਥ, ਪਹਿਲਾਂ ਪੂਰੀ ਸਥਿਤੀ ਸਮਝਣਾ ਚਾਹਾਂਗੇ। ਇਸ ਵੇਲੇ ਕੀ ਸਥਿਤੀ ਹੈ, ਕੌਣ-ਕੌਣ ਇਤਰਾਜ਼ ਕਰ ਰਿਹਾ ਔਰ ਕੌਣ-ਕੌਣ ਇਹ ਕਹਿ ਰਿਹਾ ਹੈ ਕਿ ਸੰਸਕਾਰ ਜਿਹੜਾ ਹੈ ਉਹ ਪਿੰਡ 'ਚ ਹੀ ਹੋਣਾ ਚਾਹੀਦਾ ਹੈ? ਜੀ ਬਿਲਕੁਲ, ਜੇ ਗੱਲ ਕਰੀਏ ਜਿਹੜੀ ਆ ਕੁਝ ਹੀ ਦੇਰ ਤੱਕ ਜਿਹੜੀ ਆ ਲਖਬੀਰ ਸਿੰਘ ਦੀ ਬੋਡੀ ਜਿਹੜੀ ਹੈ ਉਹਨਾਂ ਦੇ ਪਿੰਡ ਪਹੁੰਚੇਗੀ ਚੀਮਾ ਕਲਾਂ ਵਿੱਚ। ਜੇ ਗੱਲ ਕਰੀਏ ਦਮਦਮੀ ਟਕਸਾਲ ਦੇ ਰਾਮ ਸਿੰਘ ਸੀ ਜਿਹੜੇ, ਉਹਨਾਂ ਵੱਲੋਂ ਕਿਹਾ ਗਿਆ ਕਿ ਸੰਸਕਾਰ ਜਿਹੜਾ ਪਿੰਡ ਵਾਲਿਆਂ ਦੇ ਵਿੱਚ ਨੇ, ਨਗਰ ਨੂੰ ਜਿਹੜਾ ਚਾਹੀਦਾ ਕਿ ਸੰਸਕਾਰ ਜਿਹੜਾ ਪਿੰਡ ਵਿੱਚ ਨਹੀਂ ਹੋਣਾ ਚਾਹੀਦਾ, ਕਿਉਂਕਿ ਉੱਥੇ ਜਿਹੜੀ ਹੈ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਲੇਕਿਨ ਪਰਿਵਾਰ ਦੇ ਮੁਤਾਬਿਕ ਜਿਹੜਾ ਸੰਸਕਾਰ ਹੈ ਪਿੰਡ ਦੇ ਵਿੱਚ ਹੀ ਕੀਤਾ ਜਾਊਗਾ ਤੇ ਕੁਝ ਹੀ ਦੇਰ ਤੱਕ ਬੋਡੀ ਜਿਹੜੀ ਹੈ ਇੱਥੇ ਪਿੰਡ ਦੇ ਵਿੱਚ ਪਹੁੰਚ ਰਹੀ ਹੈ। ਸੋ ਹੁਣ ਕੀ ਸੰਸਕਾਰ ਦੀ ਤਿਆਰੀ ਪਿੰਡ ਦੇ ਵਿੱਚ ਹੀ ਕੀਤੀ ਗਈ ਹੈ? ਜੀ ਬਿਲਕੁਲ ਜੀ, ਹੁਣ ਸੰਸਕਾਰ ਦੀ ਤਿਆਰੀ ਪਰਿਵਾਰ ਵੱਲੋਂ ਜਿਹੜੀ ਹੈ ਪਿੰਡ ਦੇ ਵਿੱਚ ਹੀ ਕੀਤੀ ਗਈ। ਉਹਨਾਂ ਵੱਲੋਂ ਕਿਹਾ ਗਿਆ ਕਿ ਸੰਸਕਾਰ ਜਿਹੜਾ ਅਸੀਂ ਪਿੰਡ ਦੇ ਵਿੱਚ ਹੀ ਕਰਾਂਗੇ। ਹਾਲਾਂਕਿ ਜਿਨ੍ਹਾਂ ਵੱਲੋਂ ਜਿਹੜਾ ਜਾ ਕੇ ਦਮਦਮੀ ਟਕਸਾਲ ਦੇ ਜਿਹੜੇ ਰਾਮ ਸਿੰਘ ਜੀ ਨੇ, ਉਹਨਾਂ ਵੱਲੋਂ ਜਿਹੜਾ ਅਸੀਂ ਬਿਆਨ ਦਿੱਤਾ ਗਿਆ ਸੀ ਕਿ ਸੰਸਕਾਰ ਜਿਹੜਾ ਪਿੰਡ ਦੇ ਵਿੱਚ ਨਹੀਂ ਕੀਤਾ ਜਾਊਗਾ। ਹਾਲਾਂਕਿ ਉਹਨਾਂ ਨੇ ਇਹ ਜਤਾਇਆ ਸੀ ਕਿ ਪਿੰਡ ਦੇ ਵਿੱਚ ਸੰਸਕਾਰ ਜਿਹੜਾ ਨਾ ਕੀਤਾ ਜਾਵੇ, ਕਿਉਂਕਿ ਜਿਹੜੀ ਉੱਥੇ ਘਟਨਾ ਜਿਹੜੀ ਹੈ ਬੇਅਦਬੀ ਦੀ ਸਿੰਘੂ ਬਾਰਡਰ ਤੇ ਜਿਹੜਾ ਅੰਜਾਮ ਦਿੱਤਾ ਹੈ। ਜੇ ਗੱਲ ਕੀਤੀ ਜਾਵੇ ਪਰਿਵਾਰ ਮੁਤਾਬਿਕ ਜਿਹੜਾ ਸੰਸਕਾਰ ਹੈ ਪਿੰਡ ਵਿੱਚ, ਨਾਲ ਕੁਝ ਲੋਕ ਜਿਹੜੇ ਪਿੰਡ ਦੇ ਨੇ ਪਰਿਵਾਰ ਦੇ ਨਾਲ ਨੇ, ਉਹਨਾਂ ਵੱਲੋਂ ਕਿਹਾ ਗਿਆ ਕਿ ਸੰਸਕਾਰ ਜਿਹੜਾ ਹੈ ਅਸੀਂ ਪਿੰਡ 'ਚ ਹੀ ਕਰਾਂਗੇ। ਸਿਧਾਰਥ, ਤੁਸੀਂ ਬਣੇ ਰਹਿਣਾ। ਸਾਡੇ ਨਾਲ ਵਿਰਸਾ ਸਿੰਘ ਵਲਟੋਆ ਜੁੜੇ ਨੇ। ਵਲਟੋਆ ਸਾਹਿਬ, ਤੁਹਾਡੇ ਹਲਕੇ ਦਾ ਮਸਲਾ ਹੈ, ਤੁਹਾਡੇ ਇਲਾਕੇ ਦਾ ਮਸਲਾ ਹੈ, ਤੁਸੀਂ ਉਸ ਨੂੰ ਆਪਣੇ ਨਜ਼ਰੀਏ ਨਾਲ ਦੇਖ ਰਹੇ ਹੋਵੋਗੇ। ਬਹੁਤ ਸਾਰੇ ਵਿਊ ਨੇ ਇਸ ਦੇ ਵਿੱਚ, ਅਲੱਗ-ਅਲੱਗ ਨੇ, ਪ੍ਰਤੀਕਰਮ ਵੀ ਅਲੱਗ-ਅਲੱਗ ਨੇ, ਹਰ ਕਿਸੇ ਦੀ ਸੋਚ ਵੀ ਅਲੱਗ-ਅਲੱਗ ਹੈ। ਪਰ ਇਸ ਵੇਲੇ ਜਿਹੜਾ ਹੁਣ ਮਸਲਾ ਖੜਾ ਹੋਇਆ, ਤੁਸੀਂ ਇਹਨੂੰ ਕਿਸ ਲਿਹਾਜ਼ ਨਾਲ ਦੇਖਦੇ ਹੋ? ਇੱਕ ਧਿਰ ਕਹਿ ਰਹੀ ਹੈ ਕਿ ਸੰਸਕਾਰ ਜਿਹੜਾ ਹੈ ਉਸਦਾ ਪਿੰਡ 'ਚ ਨਹੀਂ ਹੋਣਾ ਚਾਹੀਦਾ ਔਰ ਪਰਿਵਾਰ ਕਹਿ ਰਿਹਾ ਕਿ ਪਿੰਡ ਦੇ ਵਿੱਚ ਹੀ ਸੰਸਕਾਰ ਹੋਣਾ ਚਾਹੀਦਾ। ਦੇਖੋ ਵਿਜੇਪਾਲ ਜੀ, ਸਭ ਤੋਂ ਪਹਿਲੀ ਤੇ ਗੱਲ ਹੈ ਕਿ
ਇਹ ਮੇਰੇ ਹਲਕੇ ਨਾਲ ਸੰਬੰਧਿਤ ਨਹੀਂ ਜੀ। ਇਹ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਅਧੀਨ ਸਰਾਏ ਮਾਨਸਾ ਥਾਣੇ ਦੇ ਵਿੱਚ ਪਿੰਡ ਚੀਮਾ ਕਲਾਂ ਉੱਥੋਂ ਦਾ ਠੀਕ ਹੈ। ਇਹ ਰਹਿਣ ਵਾਲਾ ਸੀ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਸਿੱਖਾਂ ਵਾਸਤੇ ਔਰ ਖਾਸ ਕਰਕੇ ਗੁਰੂ ਨਾਨਕ ਨਾਮ ਲੇਵਾ ਵਾਸਤੇ ਜੀ ਜਿਹੜਾ ਅੱਜ ਕੱਲ ਚਿੰਤਾ ਦਾ ਵਿਸ਼ਾ ਹੈ ਉਹ ਬੇਅਦਬੀਆਂ ਨੇ। ਬਿਲਕੁਲ। ਹੁਣ ਇਸ ਸ਼ਖਸ ਦੀ ਜਿਹੜੀ ਸ਼ਮੂਲੀਅਤ ਬਾਰੇ ਜੋ ਕੁਝ ਸਾਹਮਣੇ ਆ ਰਿਹਾ ਹੈ ਕਿ ਇਹਦਾ ਬੇਅਦਬੀ ਦੇ ਨਾਲ ਸੰਬੰਧ ਸੀ ਤੇ ਇਹ 'ਚ ਕੋਈ ਤਰ੍ਹਾਂ ਨਹੀਂ ਪਰਿਵਾਰ ਦੀਆਂ ਵੀ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ, ਰਿਸ਼ਤੇਦਾਰਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ, ਲਹੂ ਦੀ ਸਾਂਝ ਹੁੰਦੀ ਹੈ, ਪਰਿਵਾਰਕ ਸਾਂਝ ਹੁੰਦੀ ਹੈ, ਉਹਨਾਂ ਦੀਆਂ ਆਪਦੀਆਂ ਭਾਵਨਾਵਾਂ ਨੇ। ਪਰ ਜਿੱਥੋਂ ਤੱਕ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੇ ਉਹ ਜ਼ਰੂਰ ਕਿਸੇ ਨਾ ਕਿਸੇ ਰੂਪ 'ਚ, ਜਿਸ ਤਰ੍ਹਾਂ ਦੀ ਗੱਲ ਉੱਥੇ ਕੀਤੀ ਗਈ ਕਿ ਪਿੰਡ ਦੇ ਵਿੱਚ ਸੰਸਕਾਰ ਨਹੀਂ ਹੋਣ ਦੇਵਾਂਗੇ, ਉਹਨਾਂ ਨੂੰ ਤੁਸੀਂ ਜਿਹੜੀਆਂ ਅਜਿਹੀਆਂ ਭਾਵਨਾਵਾਂ ਨੇ ਉਹਨਾਂ ਨੂੰ ਤੁਸੀਂ ਗਲਤ ਨਹੀਂ ਠਹਿਰਾ ਸਕਦੇ ਕਿ ਬੇਅਦਬੀ ਦੇ ਦੋਸ਼ਾਂ ਦੇ ਵਿੱਚ ਜਾਂ ਬੇਅਦਬੀ ਦੇ ਕਾਰਨ ਜਿਹਦੇ ਨਾਲ ਇਹ ਕੁਝ ਵਾਪਰਿਆ ਹੋਵੇ ਤੇ ਉਹਦਾ ਜਿਹੜਾ ਆ ਸਿੱਖ ਰੋ ਰੀਤਾਂ ਦੇ ਅਨੁਸਾਰ ਜਿਹੜਾ ਆ ਪਿੰਡ ਦੇ ਵਿੱਚ ਹੀ ਇਹ ਸੰਸਕਾਰ ਹੋਵੇ। ਇਹ ਮੇਰਾ ਖਿਆਲ ਹੈ ਕਿ ਇਹੀ ਗੱਲ ਨੂੰ ਲੈ ਕੇ ਜਿਹੜੀ ਤਕਰਾਰ ਚੱਲ ਰਹੀ ਹੈ। ਪਰ ਆਮ ਤੌਰ ਤੇ ਵਲਟੋਆ ਸਾਹਿਬ ਇਹ ਵੀ ਮੰਨਿਆ ਜਾਂਦਾ ਹੈ ਕਿ ਜੇ ਕਿਸੇ ਬੰਦੇ ਨੇ, ਮੰਨ ਲਓ ਕਿਸੇ ਤੋਂ ਗਲਤੀ ਹੋਈ ਹੈ ਜਾਂ ਉਸ ਬੰਦੇ ਨੇ ਕੀਤੀ ਹੈ ਜਾਂ ਕਿਸੇ ਨੇ ਕਰਵਾਈ ਹੈ, ਉਸਦੇ ਉਹ ਤਾਂ ਇੱਕ ਅਲੱਗ ਵਿਸ਼ਾ ਹੈ। ਪਰ ਪਰਿਵਾਰ ਦਾ ਜਿਹੜਾ ਹੈ ਉਹਦੇ ਵਿੱਚ ਕਸੂਰ ਆਮ ਤੌਰ ਤੇ ਨਹੀਂ ਮੰਨਿਆ ਜਾਂਦਾ। ਜਾਂ ਉਸਦੀ ਘਰ ਵਾਲੀ ਹੈ, ਭਾਵੇਂ ਉਹਨੂੰ ਛੱਡ ਕੇ ਰਹਿ ਰਹੀ ਸੀ, ਉਸਦੀਆਂ 3 ਬੇਟੀਆਂ ਨੇ, ਉਸਦੀ ਭੈਣ ਹੈ, ਸੋ ਉਸ ਪਰਿਵਾਰ ਨੂੰ ਸੇਮ ਨਜ਼ਰੀਏ ਨਾਲ ਦੇਖਿਆ ਜਾਣਾ ਕਿ ਠੀਕ ਹੈ। ਨਹੀਂ, ਮੈਂ ਤਾਂ ਪਹਿਲਾਂ ਕਹਿ ਦਿੱਤਾ ਕਿ ਜਿੱਥੇ ਤੱਕ ਦੇਖੋ ਪਰਿਵਾਰ ਨੇ ਤੇ ਜਿੱਥੋਂ ਤੱਕ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਤੀ ਪਰਿਵਾਰਕ ਮੈਂਬਰਾਂ ਨੇ ਸ਼ਰਧਾ ਦਾ ਇਜ਼ਹਾਰ ਕੀਤਾ ਆ ਜੀ ਜੀ, ਔਰ ਜਿਸ ਤਰ੍ਹਾਂ ਦੇ ਉਹਨਾਂ ਨੇ ਪ੍ਰਗਟਾਵੇ ਕੀਤੇ ਆ, ਔਰ ਖਾਸ ਕਰਕੇ ਮਾਝੇ ਦੇ ਅੰਦਰ ਮਤਲਬ ਕੋਈ ਵੀ ਪਰਿਵਾਰ ਚਾਹੇ ਗਰੀਬ ਤੋਂ ਗਰੀਬੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਹੋਵੇ, ਹਾਂਜੀ, ਉਹ ਵੀ ਕਦੀ ਸੋਚ ਨਹੀਂ ਸਕਦਾ ਕਿ ਸਾਡੇ ਪਰਿਵਾਰ ਦੇ ਮੈਂਬਰ ਦੇ ਉੱਤੇ ਕੋਈ ਅਜਿਹਾ ਦੋਸ਼ ਲੱਗ ਸਕਦਾ ਜਾਂ ਅਜਿਹੀ ਕੋਈ ਸ਼ਮੂਲੀਅਤ ਹੋ ਸਕਦੀ ਹੈ। ਬਿਲਕੁਲ ਠੀਕ। ਪਰ ਕਿਉਂਕਿ ਹੁਣ ਇੱਕ ਬੰਨੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੇ ਕਿ ਉਹ ਬੇਅਦਬੀ ਦੇ ਕਾਰਨ ਸਾਰਾ ਕੁਝ ਵਾਪਰਿਆ ਹੈ, ਤੇ ਦੂਜੇ ਬੰਨੇ ਮੈਂ ਜਿਹੜੀ ਪਹਿਲੀ ਗੱਲ ਕੀਤੀ ਹੈ ਕਿ ਪਰਿਵਾਰਕ ਸਾਂਝਾਂ ਨੇ, ਲਹੂ ਦੀਆਂ ਸਾਂਝਾਂ ਨੇ, ਆਂਦਰਾਂ ਦੀਆਂ ਸਾਂਝਾਂ ਨੇ, ਹਾਂਜੀ, ਕਿਸੇ ਦਾ ਭਰਾ ਆ, ਕਿਸੇ ਦਾ ਪਤੀ ਆ, ਕਿਸੇ ਦਾ ਬਾਪ ਆ, ਹਾਂਜੀ, ਉਹਨਾਂ ਦੀਆਂ ਆਪਦੀਆਂ ਭਾਵਨਾਵਾਂ ਨੇ। ਪਰ ਕਿਉਂਕਿ ਜਦੋਂ ਇਸ ਵੇਲੇ ਜਿਹੜਾ ਸਭ ਤੋਂ ਵੱਧ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਾਸਤੇ ਜੇ ਚਿੰਤਾ ਦਾ ਵਿਸ਼ਾ ਆ, ਦੁੱਖ ਦਾ ਵਿਸ਼ਾ ਆ, ਉਹ ਬੇਅਦਬੀਆਂ ਨੇ। ਤੇ ਇਹ ਬੇਅਦਬੀਆਂ ਦੇ ਜਿਹੜਾ ਆ ਕਾਰਨ ਸਾਰਾ ਕੁਝ ਜਿਹੜਾ ਆ, ਜਿਸ ਤਰ੍ਹਾਂ ਦੀਆਂ ਖਬਰਾਂ ਨੇ, ਹਾਂਜੀ, ਇਹ ਇਨਵੈਸਟੀਗੇਸ਼ਨ ਦਾ ਮਾਮਲਾ। ਅਸੀਂ ਤੇ ਪਹਿਲਾਂ ਇੱਕ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਬੜੀ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੇ ਪਿੱਛੇ ਕਿਸ ਤਰ੍ਹਾਂ ਦੀ ਸਾਜ਼ਿਸ਼ ਆ। ਸੋ ਤੁਸੀਂ ਹੁਣ ਕੀ ਸੋਚ ਰਹੇ ਹੋ? ਸੰਸਕਾਰ ਹੋਣ ਦੇਣਾ ਚਾਹੀਦਾ ਕਿ ਨਹੀਂ ਹੋਣ ਦੇਣਾ ਚਾਹੀਦਾ? ਨਹੀਂ, ਦੇਖੋ, ਮੈਂ ਇਹਦੇ ਬਾਰੇ ਨਹੀਂ ਕੁਝ ਕਹਾਂਗਾ। ਸੰਸਕਾਰ ਤੇ ਉਹਦਾ ਦੇਖੋ ਅਖੀਰ ਪਿੰਡ 'ਚ ਨਾ ਹੋਊਗਾ, ਕੋਈ ਨਾ ਕਰੂਗਾ ਤੇ ਪ੍ਰਸ਼ਾਸਨ ਨੇ ਕਰਨਾ ਆ, ਹਾਂਜੀ, ਉਹ ਤੇ ਹੋਣਾ ਹੀ ਹੋਣਾ ਆ। ਪਰ ਇਹ ਜਿਹੜੀਆਂ, ਕਿਉਂਕਿ ਇਹ ਪੰਥਕ ਮਸਲਾ ਬਣ ਚੁੱਕਾ ਆ, ਸਿੱਖ ਭਾਵਨਾਵਾਂ ਦਾ ਮਸਲਾ ਬਣ ਚੁੱਕਿਆ, ਇਹਦੇ ਬਾਰੇ ਤੇ ਸਿੱਖ ਜਥੇਬੰਦੀਆਂ ਫੈਸਲਾ ਲੈ ਸਕਦੀਆਂ। ਚਲੋ ਠੀਕ ਹੈ, ਧੰਨਵਾਦ ਵਲਟੋਆ ਸਾਹਿਬ ਇਸ ਬਾਬਤ ਗੱਲਬਾਤ ਕਰਨ ਲਈ ਔਰ ਜੁੜਨ ਲਈ। ਦਰਅਸਲ ਅੰਤਿਮ ਸੰਸਕਾਰ ਨੂੰ ਲੈ ਕੇ ਇਹ ਵਿਵਾਦ ਖੜਾ ਹੋ ਗਿਆ। ਸਿੱਖ ਜਥੇਬੰਦੀਆਂ ਜਾਂ ਦਮਦਮੀ ਟਕਸਾਲ ਕਹਿ ਰਹੀ ਹੈ ਕਿ ਪਿੰਡ 'ਚ ਅੰਤਿਮ ਸੰਸਕਾਰ ਨਹੀਂ ਹੋਣਾ ਚਾਹੀਦਾ, ਪਰ ਪਰਿਵਾਰਕ ਮੈਂਬਰਾਂ ਦੀਆਂ ਇਹ ਭਾਵਨਾਵਾਂ ਨੇ। 3 ਬੇਟੀਆਂ ਨੇ ਉਸ ਵਿਅਕਤੀ ਦੀਆਂ, ਲਖਬੀਰ ਸਿੰਘ ਦੀਆਂ, ਉਸਦੀ ਧਰਮ ਪਤਨੀ ਹੈ ਜੋ ਕਾਫੀ ਸਮੇਂ ਤੋਂ ਉਸ ਤੋਂ ਅਲੱਗ ਰਹਿ ਰਹੇ ਸੀ, ਜਿਨ੍ਹਾਂ ਨੇ ਇਹ ਵੀ ਕਿਹਾ ਮੀਡੀਆ ਦੇ ਸਾਹਮਣੇ ਆ ਕੇ ਕਿ ਉਹ ਇਸ ਤਰੀਕੇ ਦੀ ਜਿਹੜੀ ਮਾੜੀ ਘਟਨਾ ਹੈ ਜਾਂ ਕੋਈ ਇਸ ਤਰੀਕੇ ਦਾ ਕਾਰਾ ਹੈ ਉਸ 'ਚ ਲਿਪਤ ਨਹੀਂ ਹੋ ਸਕਦਾ। ਪਰ ਨਾਲ ਦੀ ਨਾਲ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਉਹ ਨਸ਼ੇ ਕਰਨ ਦਾ ਆਦੀ ਸੀ, ਉਸ ਨੂੰ ਕੋਈ ਵਰਗਲਾ ਕੇ ਲੈ ਗਿਆ ਹੋਣਾ, ਇਸ ਦੇ ਪਿੱਛੇ ਕੋਈ ਡੂੰਘੀ ਸਾਜ਼ਿਸ਼ ਹੋ ਸਕਦੀ ਹੈ। ਇਸ ਤਰੀਕੇ ਦੀਆਂ ਚਰਚਾਵਾਂ, ਗੱਲਾਂ ਬਾਤਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਪਰ ਹੁਣ ਮਾਮਲਾ ਅੰਤਿਮ ਸੰਸਕਾਰ ਤੇ ਆ ਕੇ ਰੁਕਿਆ ਹੋਇਆ ਔਰ ਹੁਣ ਉੱਥੇ ਵੀ ਇੱਕ ਵਿਵਾਦ ਜਿਹੜਾ ਹੈ ਉਹ ਖੜਾ ਹੋਇਆ, ਜਿਸ ਨੂੰ ਪ੍ਰਸ਼ਾਸਨ ਹੁਣ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਲਖਬੀਰ ਸਿੰਘ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਤਰਨਤਾਰਨ ਦੇ ਵਿੱਚ ਤਣਾਅ ਹੈ। ਪਰਿਵਾਰ ਪਿੰਡ ਦੇ ਵਿੱਚ ਹੀ ਸੰਸਕਾਰ ਕਰਨਾ ਚਾਹੁੰਦਾ ਹੈ। ਦਮਦਮੀ ਟਕਸਾਲ ਨੇ ਇਤਰਾਜ਼ ਜਤਾਇਆ ਹੈ ਕਿ ਜੋ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਲਿਪਤ ਹੋਵੇ ਉਸ ਦਾ ਸੰਸਕਾਰ
ਨਹੀਂ ਕਰਨ ਦੇਾਂਗੇ ਜਾਂ ਉਸ ਜਗ੍ਹਾ ਤੇ ਜਾਂ ਉਸ ਪਿੰਡ ਦੇ ਵਿੱਚ ਨਹੀਂ ਕਰਨ ਦੇਾਂਗੇ। ਸੋ ਇਸ ਚੀਜ਼ ਨੂੰ ਲੈ ਕੇ ਇੱਕ ਤਣਾਅ ਪੈਦਾ ਹੋਇਆ ਜ਼ਰੂਰ, ਕਿਉਂਕਿ ਦੋ ਜਿਹੜੀਆਂ ਧਿਰਾਂ ਨੇ, ਦੋਨੋਂ ਪਾਸੇ ਆਪੋ ਆਪਣੀਆਂ ਭਾਵਨਾਵਾਂ ਨੇ। ਇੱਕ ਧਿਰ ਕਹਿ ਰਹੀ ਹੈ ਕਿ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਕਰ ਸਕਦਾ, ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਹੈ ਇਸ ਤਰੀਕੇ ਦੇ ਜਿਹੜੇ ਰੀਤੀ ਰਿਵਾਜ ਨੇ ਉਹਦੇ 'ਚ ਉਹ ਨਹੀਂ ਰਹਿ ਸਕਦਾ, ਜਾਂ ਉਸ ਨੂੰ ਉਸ ਦੇ ਮੁਤਾਬਕ ਅੰਤਿਮ ਰਸਮਾਂ ਨਹੀਂ ਹੋਣੀਆਂ ਚਾਹੀਦੀਆਂ। ਪਰ ਪਰਿਵਾਰ ਦੀਆਂ ਆਪਣੀਆਂ ਭਾਵਨਾਵਾਂ ਨੇ, ਉਹ ਆਪਣੇ ਲਿਹਾਜ਼ ਨਾਲ ਇਸ ਚੀਜ਼ ਨੂੰ ਦੇਖ ਰਹੇ ਆ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਬੰਦਾ ਜਾਂ ਸਾਡੇ ਪਰਿਵਾਰ ਦਾ ਵਿਅਕਤੀ ਇਸ ਤਰ੍ਹਾਂ ਦੀ ਮਾੜੀ ਘਟਨਾ ਦੇ ਵਿੱਚ ਲਿਪਤ ਨਹੀਂ ਹੋ ਸਕਦਾ, ਇਸ ਕਰਕੇ ਉਹ ਉਸ ਦਾ ਰੀਤੀ ਰਿਵਾਜਾਂ ਦੇ ਨਾਲ ਅੰਤਿਮ ਸੰਸਕਾਰ ਉਸੇ ਪਿੰਡ 'ਚ ਕਰਨਾ ਚਾਹੁੰਦੇ ਨੇ। ਤਾਂ ਲਖਬੀਰ ਸਿੰਘ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੇ ਐਸਸੀ ਕਮਿਸ਼ਨ ਦੇ ਮੁਖੀ ਵਿਜੇ ਸਾਂਪਲਾ ਨੇ ਪੰਜਾਬ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਨੇ ਕਿ ਲਖਬੀਰ ਸਿੰਘ ਦਾ ਅੰਤਿਮ ਸੰਸਕਾਰ ਕਰਵਾਇਆ ਜਾਵੇ, ਕਿਸੇ ਤਰ੍ਹਾਂ ਦਾ ਕੋਈ ਵਿਘਨ ਨਾ ਪਵੇ। ਕਿਸੇ ਵੀ ਉਹਦਾ ਅਧਿਕਾਰ ਰਹਿੰਦਾ ਹੈ, ਉਹਦੀ ਪਰੰਪਰਾਵਾਂ ਦੇ ਅਨੁਸਾਰ ਉਹਦਾ ਸੰਸਕਾਰ ਕਰਨਾ ਹੁੰਦਾ, ਔਰ ਅਗਰ ਐਸਾ ਵਿਰੋਧ ਹੁੰਦਾ ਤੇ ਇਹ ਪੰਜਾਬ ਦੇ ਲਈ ਦੁਖਾਵਾ ਹੋਏਗਾ, ਔਰ ਕਿਸੇ ਨੂੰ ਵੀ ਲਾਅ ਐਂਡ ਆਰਡਰ ਖਰਾਬ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਔਰ ਇਹਦੇ ਲਈ ਮੈਂ ਸਿੱਧਾ ਡੀਜੀਪੀ ਸਾਹਿਬ ਨਾਲ ਗੱਲਬਾਤ ਕੀਤੀ ਹੈ, ਔਰ ਉਹਨਾਂ ਨੂੰ ਇਹ ਕਿਹਾ ਕਿ ਇਹਦੇ ਤੇ ਸਖਤੀ ਨਾਲ ਕਾਰਵਾਈ ਕਰਦੇ ਹੋਏ ਉਹਦਾ ਸੰਸਕਾਰ ਕਰਵਾਇਆ ਜਾਵੇ। ਅਗਰ ਐਸੇ ਹੁੰਦਾ, ਅਗਰ ਉਹਦੇ ਤੇ ਕੋਈ ਰੁਕਾਵਟ ਆਉਂਦੀ ਹੈ ਤਾਂ ਉਹਨਾਂ ਦੇ ਉੱਤੇ ਵੀ ਸਖਤ ਕਾਰਵਾਈ ਜਿਹੜੀ ਕੀਤੀ ਜਾਵੇ। ਉਹਨਾਂ ਦੇ ਵੀ ਅਗਰ ਰੋਕਦੇ ਤਾਂ ਉਹ ਵੀ ਪੀਓ ਐਕਟ ਦੇ ਵਿੱਚ ਆਉਂਦੇ ਆ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਵਾਪਸ ਆਉਣੇ ਆ।